ਮਹਿੰਗਾਈ ਦੇ ਇਸ ਯੁੱਗ ਵਿੱਚ ਉਹੀ ਕਿਸਾਨ ਕਾਮਯਾਬ ਹੋ ਸਕਦੇ ਹਨ ਜਿਨ੍ਹਾਂ ਨੇ ਰਵਾਇਤੀ ਖੇਤੀ ਦੇ ਨਾਲ ਕੋਈ ਨਾ ਕੋਈ ਸਹਾਇਕ ਕਿੱਤਾ ਅਪਣਾਇਆ ਹੋਵੇ। ਰੋਜ਼ਮर्रा ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਰੋਜ਼ ਜੇਬ ਵਿੱਚ ਪੈਸੇ ਆਉਣ, ਇਸ ਲਈ ਇੱਕ ਨਹੀਂ ਬਲਕਿ ਬਹੁਤੇ ਸਹਾਇਕ ਕਿੱਤੇ ਅਪਣਾ ਕੇ ਸਰਦਾਰ ਜਸਵਿੰਦਰ ਸਿੰਘ ਪੁੱਤਰ ਸਰਦਾਰ ਰਣਜੀਤ ਸਿੰਘ ਨੇ ਸਫਲ ਕਿਸਾਨਾਂ ਦੀ ਲੜੀ ਵਿੱਚ ਆਪਣਾ ਨਾਮ ਦਰਜ ਕਰਵਾਇਆ। ਇਹਨਾਂ ਦਾ ਪਿੰਡ ਬਿਲਗਾ ਲੁਧਿਆਣੇ ਦੀ ਬਲਾਕ ਸਾਹਨੇਵਾਲ ਵਿੱਚ ਪੈਂਦਾ ਹੈ। ਕਿਸ ਤਰ੍ਹਾਂ ਦਾ ਹੈ ਉਹਨਾਂ ਦੀ ਸਫਲ ਕਹਾਣੀ ਦਾ ਸਫ਼ਰ, ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਮੈਂ ਜਸਵਿੰਦਰ ਸਿੰਘ ਪਿੰਡ ਬਿਲਗੇ ਤੋਂ ਦਾ ਵਸਿੰਦਾ ਹਾਂ। 50-55 ਏਕੜ ਦੀ ਮੈਂ ਖੇਤੀਬਾੜੀ ਕਰਦਾ ਹਾਂ, ਜਿਸ ਵਿੱਚ ਮੈਂ ਝੋਨਾ, ਮੱਕੀ, ਨਰਮਾ ਅਤੇ ਹੋਰ ਫਸਲਾਂ ਜੋ ਆਪਣੀ ਘਰ ਦੀ ਗੁੰਜਾਇਸ਼ ਵਾਸਤੇ ਜਿਵੇਂ ਜਿਸ ਤਰ੍ਹਾਂ ਮੂੰਗੀ, ਸੋਆਬੀਨ, ਨਰਮਾ ਆਦਿ ਦੀ ਖੇਤੀ ਕਰਦਾ ਹਾਂ। ਖੇਤੀਬਾੜੀ ਦੀ ਮੈਂ ਸਾਰੀ ਮਹਿਕਮੇ ਦੇ ਸਹਿਯੋਗ ਦੇ ਨਾਲ ਹੀ ਕਰ ਰਿਹਾ ਹਾਂ ਅਤੇ ਮੈਂ ਖੇਤੀਬਾੜੀ ਦੇ ਧੰਦੇ ਦੇ ਨਾਲ ਸਹਾਇਕ ਧੰਦੇ ਵੀ ਅਪਣਾਉਣ ਨੂੰ ਉਪਰਾਲਾ ਕੀਤਾ ਹੈ, ਜਿਸ ਦੇ ਸਦਕਾ ਮੈਂ ਥੋੜ੍ਹਾ ਜਿਹਾ ਮਸ਼ਰੂਮ ਦਾ ਕੰਮ ਸਟਾਰਟ ਕੀਤਾ, ਨਾਲ ਡੈਰੀ ਦਾ ਔਰ ਗੋਟਸ ਫਾਰਮ ਅਤੇ ਮੱਛੀ ਫਾਰਮ ਦਾ ਵੀ ਉਪਰਾਲਾ ਕਰ ਰਿਹਾ ਹਾਂ। ਅਤੇ ਐਤਕੀ ਮੈਂ ਫਸਟ ਵਾਰ ਆਪਣੇ ਖੇਤਾਂ ਦੇ ਵਿੱਚ ਬਾਗਬਾਨੀ ਦਾ ਵੀ ਥੋੜ੍ਹਾ ਜਿਹਾ ਰਕਬਾ ਲਗਾ ਰਿਹਾ ਹਾਂ ਅਤੇ ਨਵੀਂ ਸੋਚ ਨੂੰ ਅਪਣਾਉਂਦਾ ਹੋਇਆ ਮੈਂ ਮਹਿਕਮੇ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਵੱਖ-ਵੱਖ ਵੈਰਾਈਟੀਆਂ, ਜਿਸ ਤਰ੍ਹਾਂ ਝੋਨੇ ਦੀ ਪੂਸ਼ਾ 44, PR 129, 121 ਦੀ ਖੇਤੀਬਾੜੀ ਕਰ ਰਿਹਾ ਹਾਂ ਅਤੇ ਨਰਮੇ ਦਾ ਐਤਕੀ ਮੈਂ ਫਸਟ ਵਾਰ ਟਰਾਇਲ ਕੀਤਾ ਹੈ ਅਤੇ ਦੇਖਦੇ ਹਾਂ ਵੀ ਉਸ ਦੀ ਕਿਸ ਤਰ੍ਹਾਂ ਸਾਨੂੰ ਪੈਦਾਵਾਰ ਹੋਊਗੀ, ਤਾਂ ਕਿ ਅਸੀਂ ਪਾਣੀ ਦੀ ਬੱਚਤ ਕਰ ਸਕੀਏ। ਔਰਗੈਨਿਕ ਖੇਤੀ ਦੇ ਵੱਲ ਨੂੰ ਵੀ ਮੈਂ ਥੋੜ੍ਹਾ ਜਿਹਾ ਕਦਮ ਵਧਾ ਰਿਹਾ ਵਾਂ, ਕਿਉਂਕਿ ਮੈਂ ਡੈਰੀ ਫਾਰਮ ਦੇ ਧੰਦੇ ਦੇ ਨਾਲ ਜਿਸ ਤਰ੍ਹਾਂ ਮੇਰੇ ਕੋਲ ਗੋਹਾ ਆਪਣਾ ਹੋ ਜਾਂਦਾ ਹੈ, ਬਹੁਤਾਤ ਦੇ ਵਿੱਚ ਹੋ ਜਾਂਦਾ ਹੈ, ਮੈਂ ਫਰਟੀਲਾਈਜ਼ਰ ਬਹੁਤ ਹੀ ਘੱਟ ਯੂਜ਼ ਕਰਦਾ ਹਾਂ ਅਤੇ ਮੈਂ ਆਪਣੇ ਆਲੇ ਦੁਆਲੇ ਚਾਰ ਚੁਫੇਰੇ ਅਲੱਗ-ਅਲੱਗ ਪ੍ਰਕਾਰ ਦੇ ਫਲਾਂ ਦੇ ਬੂਟੇ, ਜਿਸ ਦੇ ਵਿੱਚ ਕਿੰਨੂ ਔਰ ਆਵਲੇ ਦਾ ਬੂਟਾ ਅਤੇ ਇਸ ਚੀਜ਼ਾਂ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖ ਰਿਹਾ ਅਤੇ ਸਬਜ਼ੀ ਵੀ ਮੈਂ ਔਰਗੈਨਿਕ ਹੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਡਾਕਟਰ ਰੋਹਿਤ ਗੁਪਤਾ, ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਤੋਂ। ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਅਕੇਲੀ ਖੇਤੀ ਨਾਲ ਮੁਨਾਫਾ ਬੜਾ ਸੀਮਿਤ ਹੋ ਗਿਆ। ਆਪਾਂ ਜਿੱਦਾਂ ਦੌਰ ਚੱਲ ਰਿਹਾ ਹੈ, ਸਾਨੂੰ ਥੋੜ੍ਹਾ ਜਿਹਾ ਦੂਜੇ ਜਿਹੜੇ ਸਹਾਇਕ ਕੀਤੇ ਹੈ ਖੇਤੀਬਾੜੀ ਨਾਲ ਜਿਹੜੇ ਵੀ ਸਹਾਇਕ ਕੀਤੇ ਹੈ ਉਹਨਾਂ ਨੂੰ ਵੀ ਅਪਣਾਉਣਾ ਚਾਹੀਏ, ਜਿਸ ਸੇ ਕਿ ਸਾਡਾ ਮੁਨਾਫਾ ਵੱਧ ਜਾਏ। ਇਸਕੇ ਲਈ ਇੱਕ ਜਿਹੜਾ ਨया ਸਿਸਟਮ ਆਇਆ ਹੈ ਉਸ ਵਿੱਚ ਉਸ ਨੂੰ ਆਪਾਂ ਬੋਲਦੇ ਹਾਂ ਸੰਯੁਕਤ ਖੇਤੀਬਾੜੀ ਮਾਡਲ। ਇਸमें ਇੰਗਲਿਸ਼ ਵਿੱਚ ਆਪਾਂ ਬੋਲ ਦਿੰਦੇ ਇੰਟੀਗ੍ਰੇਟਿਡ ਫਾਰਮਿੰਗ ਸਿਸਟਮ। ਇਸ ਵਿੱਚ ਆਪਾਂ ਕਰਦੇ ਕੀ ਹੈ, ਆਪਾਂ ਖੇਤੀਬਾੜੀ ਤਾਂ ਆਪਾਂ ਕਰਦੇ ਹੀ ਹਾਂ, ਇਸ ਦੇ ਨਾਲ ਤੁਹਾਨੂੰ ਜਿਹੜੇ ਵੀ ਕਿਸਾਨ ਹੈ ਉਹਨਾਂ ਨੂੰ ਆਪਾਂ ਦੱਸਦੇ ਹਾਂ ਕਿ ਤੁਸੀਂ ਲਾਈਵ ਸਟਾਕ ਫਾਰਮਿੰਗ ਜਿਹੜੇ ਆਪਾਂ ਬੋਲਦੇ ਹਾਂ ਪਸ਼ੂ ਪਾਲਣ ਵੀ ਕਰੋ, ਨਾਲ ਮੱਛੀ ਪਾਲਣ ਵੀ ਕਰੋ, ਮੁਰਗੀ ਪਾਲਣ ਕਰੋ। ਔਰ ਆਪਾਂ ਦੇਖਦੇ ਹਾਂ ਖੇਤੀਬਾੜੀ ਵਿੱਚ ਵੀ ਤੁਸੀਂ ਆਪਣੀ ਖੇਤੀਬਾੜੀ ਵਿੱਚ ਵਿਭਿੰਨਤਾ ਲਾਓ, ਜਿਸ ਵਿੱਚ ਤੁਸੀਂ ਕਣਕ ਜੂਨਾਂ ਤੋਂ ਲਗਾਉਂਦੇ ਹੋ, ਨਾਲ ਤੁਸੀਂ ਦਾਲ ਵਗੈਰਾ, ਸ਼ੂਗਰ ਕੈਨ, ਗੰਨਾ ਦੀ ਖੇਤੀ ਕਰ ਸਕਦੇ ਹੋ। ਇਸ ਦੇ ਨਾਲ ਆਪਾਂ ਬੀ ਕੀਪਿੰਗ, ਮਧੂਮੱਖੀ ਫਾਰਮਿੰਗ ਦਾ ਵੀ ਕੰਮ ਕਰ ਸਕਦੇ ਹਾਂ, ਸਬਜ਼ੀ ਦੀ ਖੇਤੀ ਕਰ ਸਕਦੇ ਹਾਂ। ਇਸमें ਹੁੰਦਾ ਕੀ ਹੈ, ਇਹ ਜਿਹੜੇ ਸਾਡੇ ਕਿੱਤੇ ਹੈ ਆਪਾਂ ਇੱਕ ਹੀ ਜ਼ਮੀਨ ਵਿੱਚ ਕਰते हैं। ਜਿਹੜਾ ਛੋਟਾ ਫਾਰਮਰ ਹੈ, ਮੰਨ ਲਓ ਆਪਾਂ 2 ਏਕੜ ਦੀ ਖੇਤੀ ਕਰਦਾ ਹੈ ਉਹ, ਤਾਂ ਇਸमें ਆਪਾਂ ਇਸ ਜ਼ਮੀਨ ਨੂੰ ਆਪਾਂ ਇੱਦਾਂ ਡਿਵਾਈਡ ਕਰਦੇ ਹਾਂ ਕਿ ਉਸ ਵਿੱਚ ਆਪਾਂ 1 ਏਕੜ ਵਿੱਚ ਆਪਾਂ ਕੋਈ ਵੀ ਆਪਾਂ ਕਣਕ ਜੂਨਾ ਲਗਾ ਸਕਦੇ ਹਾਂ। ਥੋੜ੍ਹਾ ਜਿਹਾ ਏਰੀਆ 2 ਜਾਂ 3 ਕੈਨਾਲ ਦਾ ਆਪਾਂ ਸਬਜ਼ੀ ਅਤੇ ਦਾਲਾਂ ਲਈ ਰੱਖ ਲੈਂਦੇ ਹਾਂ। ਨਾਲ 2 ਜਾਂ 3 ਕੈਨਾਲ ਦਾ ਏਰੀਆ ਆਪਾਂ ਪਸ਼ੂ ਪਾਲਣ ਲਈ ਰੱਖ ਲੈਂਦੇ ਹਾਂ। ਥੋੜ੍ਹਾ ਜਿਹਾ ਏਰੀਆ ਆਪਾਂ ਮੱਛੀ ਪਾਲਣ ਲਈ ਰੱਖ ਲੈਂਦੇ हैं। ਇਸ ਦੇ ਉੱਪਰ ਆਪਾਂ ਮੁਰਗੀ ਪਾਲਣ ਦਾ ਕਰ ਲੈਂਦੇ हैं। ਜਿਹੜਾ ਸਭ ਤੋਂ ਪ੍ਰਚਲਿਤ ਜਿਹੜਾ ਸਿਸਟਮ ਹੈ ਉਹ ਆਪਾਂ ਦੇਖਦੇ ਹਾਂ ਫਿਸ਼ ਪੋਲਟਰੀ ਇੰਟੀਗ੍ਰੇਸ਼ਨ ਦਾ। इसमें ਕੀ ਕਰਦੇ ਹਾਂ, ਆਪਾਂ ਇੱਕ ਛੋਟਾ ਜਿਹਾ ਤਾਲਾਬ ਬਣਾ ਲੈਂਦੇ ਹਾਂ, ਉਸ ਦੇ ਉੱਪਰ ਆਪਾਂ ਇੱਕ ਮੁਰਗੀ ਦਾ ਖੁੱਡਾ ਬਣਾ ਲੈਂਦੇ ਹਾਂ, ਜਿਸ ਵਿੱਚ ਆਪਾਂ ਛੋਟਾ ਤਾਲਾਬ ਹੈ ਤਾਂ ਆਪਾਂ ਉਸ ਵਿੱਚ ਆਪਾਂ 50 ਸੇ 100 ਮੁਰਗੀਆਂ ਰੱਖ ਸਕਦੇ ਹਾਂ। इसमें फ़ायदा ਕੀ ਹੁੰਦਾ ਹੈ, ਕਿਸਾਨ ਦੇ ਜਿਹੜੀ ਵੀ ਮੁਰਗੀਆਂ ਹੁੰਦੀਆਂ ਉਹਨਾਂ ਦੀ ਬਿੱਠਾਂ ਥੱਲੇ ਮੱਛੀ ਦੇ ਖਾਣ ਵਾਸਤੇ ਕੰਮ ਆਉਂਦੀ ਹੈ, ਤਾਂ ਮੱਛੀ ਦਾ ਖਰਚਾ ਬਚ ਜਾਂਦਾ ਹੈ। ਮੱਛੀ ਉੱਦਾਂ ਹੀ ਬੜੇ ਆਉਂਦੀ ਹੈ, ਤਾਂ ਜਿਹੜੀ ਮੱਛੀ ਹੁੰਦੀ ਹੈ 1 ਸਾਲ ਵਿੱਚ ਲਗਭਗ 600-700 ਗ੍ਰਾਮ ਦੀ ਹੋ ਜਾਂਦੀ ਹੈ। ਤਾਂ ਇੱਕ ਕਿਸਾਨ ਨੂੰ ਮੁਰਗੀ ਦੇ ਅੰਡੇ ਵੀ ਮਿਲ ਗਏ, ਮੀਟ ਵੀ ਮਿਲ ਗਿਆ, ਨਾਲ ਮੱਛੀ ਸੇ ਕਮਾਈ ਹੋ ਸਕਦੀ ਹੈ।
ਦੂਜਾ ਸਿਸਟਮ ਇਸ ਦੇ ਨਾਲ ਆਪਾਂ ਪਸ਼ੂ ਪਾਲਣ ਦਾ ਰੱਖ ਸਕਦੇ ਹਾਂ ਕਿ ਪਸ਼ੂ ਪਾਲਣ ਸੇ ਜਿਹੜਾ ਵੀ ਆਪਾਂ ਹੁੰਦੇ ਆ, ਤੁਸੀਂ ਡੰਗਰ ਪਾਲ ਸਕਦੇ ਹੋ, ਵੱਡੇ ਗਾਂ ਮੱਝ ਰੱਖ ਸਕਦੇ ਹੋ, ਨਾਲ ਤੁਸੀਂ ਬੱਕਰੀ ਪਾਲਣ ਦਾ, ਸੂਰ ਪਾਲਣ ਦਾ ਕੰਮ ਕਰ ਸਕਦੇ ਹੋ। ਇਸ ਦੇ ਵਿੱਚ ਹੁੰਦਾ ਕੀ ਹੈ, ਜਿਹੜਾ ਵੀ ਪਸ਼ੂ ਪਾਲਣ ਹੈ, ਜਿਹੜਾ ਵੀ ਡੰਗਰ ਤੁਸੀਂ ਰੱਖੇ ਹੋਏ ਆ, ਉਹਨਾਂ ਸੇ दूध ਵਗੈਰਾ ਮਿਲ ਜਾਂਦਾ ਹੈ, ਉਹਨਾਂ ਦੀ ਜਿਹੜਾ ਵੀ ਗੁਹਾ ਹੁੰਦਾ ਹੈ वो खेती ਵਿੱਚ काम आ जाती है। जिससे ਕੀ ਰਹਿੰਦਾ है ना, अपना जो ਆਪਾਂ केमिकल फर्टिलाइजर ਆਪਾਂ यूज करते हैं, ਜਿਹੜਾ ਵੀ ਆਪਣਾ रासायनिक खाद ਆਪਾਂ बोलते हैं, तो रासायनिक खाद ਦਾ ਖਰਚਾ ਵੀ घट ਜਾਂਦਾ है, क्योंकि ਆਪਾਂ ਜਿਹੜੇ ਵੀ ਗੁਹਾ ਆਉਂਦਾ ਹੈ ਪਸ਼ੂ ਪਾਲਣ ਸੇ, वो ਆਪਾਂ खेती ਵਿੱਚ ਆਪਾਂ ਵਰਤੋਂ ਕਰ ਲੈਂਦੇ हैं। एक इसमें ਆਪਾਂ ये भी बोलते हैं कि ਤੁਸੀਂ गोबर गैस प्लांट ਹੁੰਦਾ है, वो ਤੁਸੀਂ लगा सकते हो। जिससे ਕੀ ਹੁੰਦਾ है, गोबर ਜਿਹੜਾ भी गुहा मिल रहा है, वो ਤੁਸੀਂ गोबर गैस प्लांट, जो बायोगैस प्लांट ही ਆਪਾਂ बोलते हैं, उसमें ਤੁਸੀਂ वो पा सकते हो। तो उससे ਕੀ है ना, गैस भी बन जाती है, क्योंकि फर्मेंटेशन ਹੁੰਦਾ है तो गैस बन जाती है। उस गैस की ਵਰਤੋਂ ਤੁਸੀਂ ਆਪਣੇ किचन ਵਿੱਚ कर सकते हो। और ਜਿਹੜਾ ਵੀ जो बचे आंदा है, उसको ਆਪਾਂ स्लरी बोलते हैं। स्लरी ਦੀ ਵਰਤੋਂ ਆਪਾਂ खेत ਵਿੱਚ कर सकते हैं। ये बड़ा ਵਧੀਆ खाद होती है। इसमें न्यूट्रीएंट ਜਿਹੜੇ ਆਪਾਂ बोलते हैं, नाइट्रोजन, फास्फोरस ਤੇ पोटास वगैरह बहुत ਵਧੀਆ ਕੁਆਲਿਟੀ ਦੇ ਹੁੰਦੇ ਆ, ਨਾਲ ਵੱਧ ਕੁਆਂਟੀਟੀ ਵਿੱਚ ਪਾਏ ਜਾਂਦੇ ਆ, ਜਿਸਸੇ ਕਿ ਖੇਤੀ ਵਧੀਆ ਹੁੰਦੀ ਹੈ। ਨਾਲ ਤੁਸੀਂ ਥੋੜਾ ਜਿਹਾ ਜਿਹੜੀ ਵੀ ਰਸਾਇਣਿਕ ਖਾਦ ਹੁੰਦੀ ਆ, उनसे भी ਤੁਸੀਂ बच सकते हो। तो ਜਿਹੜੀ संयुक्त खेतीबाड़ी मॉडल है, इसमें ਆਪਾਂ ਕੀ कर लिया, इसमें ਆਪਾਂ खेती भी कर ली है, पशुपालन भी कर लिया, मच्छी पालन भी कर लिया, सब्जी भी उगा ली है, दाल भी उगा ली है। जिससे कि है ना, ये पूरा सिस्टम डाइवर्सीफाइड हो जाता है। एक छोटा ਜਿਹੜਾ किसान है, वो पहले तो ये सारी चीज़ों की वरतों अपने घर उत्ते कर सकता है। ਜਿਹੜਾ भी सामान बचे जाता है, उसको वो बेच के मुनाफा कमा सकता है। मैं परमवीर कौर, पिंड विड़गा। मेरे हसबैंड खेती भी करते हैं, ਅਸੀਂ ਡੈਰੀ ਫਾਰਮ ਦਾ ਵੀ ਕੰਮ ਕਰਦੇ ਹਾਂ, ਜਿਹਦੇ ਵਿੱਚ ਮੈਂ ਜ਼ਿਆਦਾ ਰੋਲ ਕਰਦੀ ਹਾਂ ਇਹ ਗੱਲ ਦਾ। ਜਿਵੇਂ ਮਸ਼ੀਨਾਂ ਨਾਲ ਦੁੱਧ ਚੋਂਦੇ ਆ, ਸਾਰਾ ਨੌਕਰਾਂ ਤੋਂ ਅਸੀਂ ਆਪ ਕਰਾਉਂਦੇ ਆ। ਤੇ ਬਾਕੀ ਇਹਦੇ ਦੁੱਧ ਦੇ ਨਾਲ ਸਾਡਾ 50-60 ਡੰਗਰ ਨੇ, ਤੇ ਦੁੱਧ ਸਾਡਾ ਹੋ ਜਾਂਦਾ 150 ਕੁਆਂਟਲ, 100 ਕੁਆਂਟਲ ਤੇ 150 ਕੁਆਂਟਲ ਦੇ ਕਰੀਬ ਹੋ ਜਾਂਦਾ। ਕੁਛ ਅਸੀਂ ਲੋਕਲ ਸੇਲ ਕਰ ਦਿੰਦੇ ਆ। ਬਾਕੀ ਅਸੀਂ ਆਪਣਾ ਅਚਾਰ ਪਾਇਆ ਮੱਕੀ ਦਾ, ਆਪ ਅਸੀਂ ਆਪ ਵੱਧ ਕੇਅਰ ਕਰਦੇ ਹਾਂ। ਜਿਵੇਂ ਕੋਈ ਡੰਗਰ ਪਸ਼ੂ ਬਿਮਾਰ ਹੁੰਦਾ, ਸਾਡਾ ਫੈਮਿਲੀ ਡਾਕਟਰ ਰੱਖਿਆ ਹੈ, ਉਹਦੇ ਨਾਲ ਮੈਂ ਆਪ ਕੰਟੈਕਟ ਕਰਦੀ ਹਾਂ, ਜਾਂ ਟੀਕਾ ਵਗੈਰਾ ਜੋ ਵੀ ਲਵਾਉਣੇ ਨੇ ਮੈਂ ਆਪ ਕੇਅਰ ਕਰਕੇ ਇਹਨਾਂ ਦੇ ਟੀਕੇ ਲਵਾਉਂਦੀ ਹਾਂ। ਡਾਇਰੀ ਦੇ ਵਿੱਚ ਜਿਵੇਂ ਹੁਣ ਸਾਰਾ ਅਸੀਂ ਪੱਠੇ ਆਪ ਦੇਖਣੇ ਨੇ, ਨਹੀਂ ਨੌਕਰ ਹੈਗੇ, ਅਸੀਂ ਆਪ ਵੀ ਨਲਾ ਦਿੰਦੇ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਜਿਵੇਂ ਹੁਣ ਝੋਨੇ ਦਾ ਕੰਮ ਜ਼ੋਰਾਂ 'ਤੇ ਸੀਗਾ, ਲੇਬਰ ਦੀ ਬਹੁਤ ਘਾਟ ਸੀ, ਅਸੀਂ ਆਪ ਸਾਂਭਦੇ ਰਹੇ ਹਾਂ 2 ਮਹੀਨਿਆਂ ਤੋਂ। ਬਾਕੀ ਅਚਾਰ ਦਾ ਤਾਂ ਬਹੁਤ ਹੀ ਫਾਇਦੇ ਨੇ। ਜਿਵੇਂ ਹੁਣ ਅਸੀਂ ਇਕੱਲਾ ਵੀ ਬੰਦਾ ਸਾਂਭ ਸਕਦਾ 40-50 ਡੰਗਰਾਂ ਨੂੰ, ਤੇ ਬਈ ਜਿਵੇਂ ਇੱਕ ਬੰਦਾ ਹੀ ਸਾਰਿਆਂ ਨੂੰ ਸਾਂਭ ਸਕਦਾ। ਇਹ ਇੱਕ ਵੱਡੀ ਉਹ ਹੈ, ਬਹੁਤੀ ਲੇਬਰ ਦੀ ਲੋੜ ਹੈਗੀ, ਕਿਉਂਕਿ ਹੁਣ ਲੇਬਰ ਦੀ ਬਹੁਤ ਤਕਲੀਫ ਹੋਈ ਹੈ ਐਤਕੀ ਇਸ ਵਾਰ। ਸਾਡੇ ਬੱਕਰੀਆਂ ਵੀ ਰੱਖੀਆਂ ਨੇ ਸਾਈਡ ਬਿਜ਼ਨਸ ਲਈ, ਮੁਰਗੀਆਂ ਵੀ ਨੇ। ਮੈਂ ਤਾਂ ਇਹੀ ਚਾਹੁੰਦੀ ਹਾਂ ਵੀ ਸਾਰੇ ਲੇਡੀਜ਼ ਨੂੰ ਆਪ ਕੰਮ ਕਰਨਾ ਚਾਹੀਦਾ ਹੱਥੀਂ, ਤਾਂ ਕਿ ਆਪਾਂ ਥੋੜ੍ਹੀ ਬਹੁਤੀ ਆਪ ਵੀ ਕੋਈ ਮਿਹਨਤ ਕਰਕੇ ਤਰੱਕੀ ਅੱਗੇ ਕਰ ਲਈਏ। ਨਹੀਂ ਨੌਕਰੀਆਂ ਮਿਲਦੀਆਂ ਨਾ ਸਹੀ, ਆਪਾਂ ਇਹ ਕੰਮ ਕਰ ਸਕਦੇ ਹਾਂ ਘਰੇ ਰਹਿ ਕੇ ਆਪ। ਜੋ ਜੇਕਰ ਜਿੰਨੀ ਕੁ ਹੈ ਪੋਜੀਸ਼ਨ 2 ਡੰਗਰ ਰੱਖਣ ਦੀ ਹੈਗੀ, 2 ਰੱਖੋ, 4 ਰੱਖੋ, ਜਿੰਨੇ ਵੀ ਰੱਖਣੇ ਰੱਖ ਸਕਦੇ ਹਾਂ ਆਪਾਂ, ਜੇ ਆਪਾਂ ਮਿਹਨਤ ਕਰਦੇ ਹਾਂ ਤਾਂ। ਬਾਕੀ ਅਸੀਂ ਜਿਹੜਾ ਇਹਦਾ ਦੁੱਧ ਪਾਉਂਦੇ ਹਾਂ, ਅਸੀਂ ਉਹਦੇ ਸਾਰਾ ਜਿਹੜਾ ਖਰਚੇ ਨੇ ਸਾਡੇ ਮਹੀਨੇ ਦੇ ਅਸੀਂ ਦੁੱਧ ਤੋਂ ਹੀ ਕੱਢਦੇ ਹਾਂ। ਜਿਹੜੀ ਸਾਡੀ ਖੇਤੀਬਾੜੀ ਉਹ ਸਾਡਾ ਪ੍ਰੋਫਿਟ ਹੈ ਸਾਨੂੰ। ਮੱਛੀ ਵੀ ਹੈਗੀ ਹੈ, ਮੱਛੀਆਂ ਵੀ ਪਾਈਆਂ ਹੋਈਆਂ ਨੇ, ਉਹ ਵੀ ਮੇਰੇ ਹਸਬੈਂਡ ਕਰਦੇ ਨੇ। ਸਾਡੇ ਮੱਝਾਂ ਹੈਗੀਆਂ ਨੇ, ਮੋਹਰਾ ਨੇ, ਤੇ ਗਊਆਂ ਹੈਗੀਆਂ ਨੇ, ਆਪਣੇ HRF, ਇੱਕ ਜਰਸੀ ਹੈ, ਇੱਕ ਸਾਹੀਵਾਲ ਹੈ। ਬਾਕੀ ਅਸੀਂ ਕਦੇ ਮੁੱਲ ਨਹੀਂ ਲਈਆਂ, ਅਸੀਂ ਆਪ ਆਪਦੇ ਘਰੇ ਜਿਹੜੇ ਹੁਣ ਇਹਨਾਂ ਦੇ ਫੀਡ ਹੁੰਦੇ ਨੇ ਤਿਆਰ, ਜਿਵੇਂ ਟੀਕਾ ਕੇਅਰ ਅਸੀਂ ਆਪ ਕਰਦੀਆਂ। ਮੈਂ ਜਾਣੀ ਸਾਰਿਆਂ ਨੂੰ ਵੱਡੇ ਬੱਚੀਆਂ ਅਸੀਂ ਆਪ ਤਿਆਰ ਕਰਦੇ ਹਾਂ ਇਹਨਾਂ ਦੀਆਂ। ਮੈਸਾਂ ਦੇ ਵੀ ਜਿਹੜੇ ਹੁਣ ਮਗਰ ਝੋਟੀਆਂ ਨੇ, ਸਾਰੇ ਜਾਣੀ ਘਰ ਦੇ ਹੀ ਨੇ ਸਾਡੇ ਆਪਦੇ, ਕੋਈ ਅਸੀਂ ਇਹ ਨਹੀਂ ਹੈਗਾ ਵੀ ਬਾਹਰੋਂ ਲਿਆ ਜਾਂ ਐਂ ਲਿਆ। ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਭੈਣਾਂ ਨੂੰ ਵੀ ਇਹ ਖੇਤੀ ਤੋਂ ਇਲਾਵਾ ਡੈਰੀ ਫਾਰਮ ਦਾ ਧੰਦਾ ਬਹੁਤ ਵਧੀਆ। ਇਹ ਮਹੀਨੇ ਦੀ ਰੋਜ਼ ਇੱਕ ਤਾਂ ਸੇਲ ਹੈ, ਕਿਉਂਕਿ ਮੈਂ ਆਪ ਕਰਦੀ ਹਾਂ, ਲੋਕਲ ਸੇਲ ਵੀ ਕਰਦੀ ਹਾਂ ਮੈਂ। ਅਸੀਂ ਡੈਰੀ 'ਚ ਵੀ ਪਾਉਂਦੇ ਹਾਂ। ਜਿਹੜੀ ਸਾਡੀ 6 ਮਹੀਨਿਆਂ ਦੀ ਫਸਲ ਹੈ, ਉਹ ਸਾਡੇ ਲਈ ਬੱਚਤ ਹੈ। ਸਾਡਾ ਡੇਲੀ ਦਾ ਰੋਜ਼ ਦਾ ਖਰਚਾ ਕੱਢਦੀ ਹੈ। ਅਸੀਂ ਆਪਣੇ ਡੈਰੀ ਫਾਰਮ ਨੂੰ ਪ੍ਰਫੁੱਲਿਤ ਕਰਨ ਲਈ ਮਹਿਕਮੇ ਦੀਆਂ ਹਦਾਇਤਾਂ ਦੇ ਅਨੁਸਾਰ ਮੱਕੀ ਦਾ ਸੈਲੇਜ ਪਾਉਂਦੇ ਹਾਂ। ਆਪਣੇ ਹੀ ਖੇਤਾਂ ਦੇ ਵਿੱਚ ਉਸ ਨੂੰ ਪੈਦਾਵਾਰ ਕਰ ਰਹੇ ਹਾਂ, ਅਤੇ ਸੈਲੇਜ ਉਹਦਾ ਪਾ ਕੇ ਅਸੀਂ ਡੈਰੀ ਦਾ ਧੰਦੇ ਨੂੰ ਵੀ ਆਪਣਾ 4 ਚੰਦ ਲਾ ਰਹੇ ਹਾਂ, ਤਾਂ ਕਿ ਸਾਨੂੰ ਸਾਰਾ ਸਾਲ ਰੁਜ਼ਗਾਰ ਮਿਲ ਸਕੇ। ਜਿਸ ਤਰ੍ਹਾਂ ਮੈਂ 50-55 ਏਕੜ ਦੀ ਖੇਤੀ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਵੈਰਾਈਟੀਆਂ ਬੀਜਦਾ, ਅਲੱਗ-ਅਲੱਗ ਤਰ੍ਹਾਂ ਦੇ। ਜਿਸ ਤਰ੍ਹਾਂ ਝੋਨੇ ਦੇ ਵਿੱਚ ਮਹਿਕਮੇ ਦੀਆਂ ਹਦਾਇਤਾਂ ਦੇ ਮੁਤਾਬਕ ਝੋਨਾ ਲਗਾਉਣ ਦੀ ਪੂਰੀ ਕੋਸ਼ਿਸ਼ ਕਰੀਦੀ ਆ, ਤਾਂ ਕਿ ਸਾਡੇ ਪਾਣੀ ਦੀ ਬਚਤ ਹੋ ਸਕੇ। ਐਤਕੀ ਜਿਸ ਤਰ੍ਹਾਂ ਲੇਬਰ ਦੀ ਵੀ ਸਾਨੂੰ ਬੜੀ ਪ੍ਰੋਬਲਮ ਆਈ ਸੀ, ਪਰ ਲੇਕਿਨ ਅਸੀਂ ਫਿਰ ਵੀ ਮਹਿਕਮੇ ਦੀਆਂ ਹਦਾਇਤਾਂ ਦੇ ਹਿਸਾਬ ਦੇ ਨਾਲ ਹੀ ਵੈਰਾਈਟੀਆਂ ਦੇ ਚੁਆਇਸ ਕੀਤੀ। 129 ਇਹਨਾਂ ਦੀ ਨਵੀਂ ਵੈਰਾਈਟੀ ਆਈ ਸੀ, ਜੋ ਕਿ ਸਾਨੂੰ ਮਹਿਕਮੇ ਨੇ ਦੱਸਣ ਦੇ ਮੁਤਾਬਕ ਅਸੀਂ ਉਹ ਵੈਰਾਈਟੀ ਦਾ
ਉਚਾਰਨ ਕੀਤਾ 10 ਏਕੜ 129 ਦੀ ਵੈਰਾਈਟੀ ਲਾਈ, 121 ਦੀ ਵੈਰਾਈਟੀ ਲਾਈ ਔਰ ਬਾਕੀ ਦੀ 100 ਪੂਸ਼ਾ 44 ਵੈਰਾਈਟੀਆਂ ਲਾ ਰਹੇ ਹਾਂ। ਅਤੇ ਇਹਨਾਂ ਦਾ ਡਿਫਰੈਂਸ ਦੇਖ ਰਹੇ ਹਾਂ ਵੀ ਇਹਨਾਂ ਦੇ ਵਿੱਚ ਝਾੜ ਦੇ ਵਿੱਚ ਸਾਨੂੰ ਅਲੱਗ-ਅਲੱਗ ਵੈਰਾਈਟੀਆਂ ਦੇ ਵਿੱਚ ਕੀ ਸਾਨੂੰ ਫਾਇਦਾ ਹੋਊਗਾ, ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੂਸ਼ਾ 44 ਵੈਰਾਈਟੀ ਹੈ ਇਹ ਜ਼ਿਆਦਾ ਹੀ ਟਾਈਮ ਲੰਬਾ ਲੈ ਜਾਂਦੀ ਹੈ ਅਤੇ ਪਾਣੀ ਦਾ ਜ਼ਿਆਦਾ ਨੁਕਸਾਨ ਕਰਦੀ ਹੈ। ਅਗਰ 121 ਔਰ 29 ਇਹਦਾ ਮੁਕਾਬਲਾ ਕਰਦੀਆਂ ਨੇ ਤਾਂ ਸਾਨੂੰ ਇਹ ਲਾਉਣ ਦੇ ਵਿੱਚ ਹੀ ਜ਼ਿਆਦਾ ਬੈਨੀਫਿਟ ਰਹੂਗਾ। ਅਸੀਂ 15 ਏਕੜ ਦੇ ਵਿੱਚ ਘੱਟੋ ਘੱਟ ਮੱਕੀ ਅਤੇ ਹੋਰ ਆਪਣੇ ਚਾਰੇ ਵਾਸਤੇ ਅਤੇ ਘਰ ਦੀਆਂ ਪਸ਼ੂਆਂ ਦੀ ਖੁਰਾਕ ਵਾਸਤੇ ਵੀ ਮਹਿਕਮੇ ਦੀਆਂ ਹਦਾਇਤਾਂ ਦੇ ਹਿਸਾਬ ਦੇ ਨਾਲ ਉਸ ਦੇ ਵਿੱਚੋਂ ਅਸੀਂ ਕੁਛ ਮੱਕੀ ਦਾ ਆਪਣੀ ਲੋੜ ਦੇ ਮੁਤਾਬਕ ਸੈਲੇਜ ਬਣਾ ਲੈਂਦੇ ਹਾਂ, ਤਾਂ ਕਿ ਜੇ ਸਾਡੀ ਡੈਰੀ ਦੇ ਵਿੱਚ ਸਾਡੀ ਟਾਈਮ ਦੀ ਅਤੇ ਔਰ ਲੇਬਰ ਦੀ ਬਚਤ ਹੋ ਸਕੇ, ਤਾਂ ਕਿ ਸਾਨੂੰ ਡੈਰੀ ਦਾ ਧੰਦਾ ਜਿਹੜਾ ਸਾਡਾ ਪ੍ਰੋਫਿਟੇਬਲ ਹੋ ਸਕੇ। ਕਿਉਂਕਿ ਇਸ ਦੇ ਵਿੱਚ ਫੀਡ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਆ ਅਤੇ ਫੀਡ ਦਾ ਖਰਚਾ ਔਰ ਲੇਬਰ ਦਾ ਖਰਚਾ ਜ਼ਿਆਦਾ ਪੈ ਰਿਹਾ। ਅਗਰ ਅਸੀਂ ਫੀਡ ਦਾ ਖਰਚਾ ਘਟਾ ਲੈਂਦੇ ਹਾਂ ਤਾਂ ਸਾਨੂੰ ਡੈਰੀ ਪ੍ਰੋਫਿਟ ਦਾ ਧੰਦਾ ਹੈ। ਰਵਾਇਤੀ ਫਸਲਾਂ ਦੇ ਨਾਲ ਡੇਅਰੀ ਪਾਲਣ, ਬੱਕਰੀ ਪਾਲਣ, ਮੁਰਗੀ ਪਾਲਣ ਅਤੇ ਮੱਛੀ ਪਾਲਣ ਦੇ ਸਹਾਇਕ ਕਿੱਤਿਆਂ ਯਾਨੀ ਕਿ ਸਰਬ-ਪੱਖੀ ਫਾਰਮਿੰਗ ਸਿਸਟਮ ਨੂੰ ਬੜੀ ਹੀ ਮਿਹਨਤ ਅਤੇ ਲਗਨ ਨਾਲ ਅਪਣਾਇਆ ਹੈ, ਜਿਸ ਵਿੱਚ ਉਸ ਦੇ ਪਰਿਵਾਰ ਦੇ ਸਾਰੇ ਮੈਂਬਰ ਵੀ ਉਹਨਾਂ ਨਾਲ ਹੱਥ ਵਟਾਉਂਦੇ ਰਹਿੰਦੇ ਹਨ। ਉਹਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਨਾਲ ਸੰਬੰਧਿਤ ਸਾਰੇ ਵਿਭਾਗਾਂ ਨਾਲ ਮਿਲ ਕੇ ਇਹ ਸਾਰੇ ਕਿੱਤੇ ਅਪਣਾਏ ਹਨ। ਸਰਬ-ਪੱਖੀ ਫਾਰਮਿੰਗ ਸਿਸਟਮ ਅਪਣਾ ਕੇ ਦੂਸਰਿਆਂ ਲਈ ਪ੍ਰੇਰਨਾ ਦਾ ਸਰੋਤ ਬਣੇ 55 ਸਾਲ ਦੇ ਸਰਦਾਰ ਜਸਵਿੰਦਰ ਸਿੰਘ ਅੱਗੋਂ ਵੀ ਇਹਨਾਂ ਸਹਾਇਕ ਕਿੱਤਿਆਂ ਨੂੰ ਜਾਰੀ ਰੱਖਣ ਅਤੇ ਇਹਨਾਂ ਨੂੰ ਹੋਰ ਵੱਡੇ ਪੱਧਰ 'ਤੇ ਕਰਨ ਦਾ ਜਜ਼ਬਾ ਮਨ ਵਿੱਚ ਸਮੋਈ ਬੈਠੇ ਹਨ। ਸਾਨੂੰ ਹੋਰ ਸਹਾਇਕ ਕਿੱਤਿਆਂ ਮੰਨੀ ਵੀ ਥੋੜ੍ਹਾ ਜਿਹਾ ਉਪਰਾਲਾ ਕਰਨਾ ਪਊਗਾ। ਉਸ ਦੇ ਵਿੱਚ ਮੈਂ ਥੋੜ੍ਹਾ ਜਿਹਾ ਟਾਈਮ ਮਸ਼ਰੂਮ ਦੇ ਵਿੱਚ ਵੀ ਕੱਢਦਾ ਹਾਂ, ਪਰ ਲੇਕਿਨ ਉਹਦਾ ਮੰਡੀਕਰਨ ਕਰਨ ਵਾਸਤੇ ਮੇਰੇ ਕੋਲ ਇੰਨੀ ਮੈਨ ਪਾਵਰ ਨਾ ਹੋਣ ਦੇ ਨਾਲ ਹੀ ਉਹਦੇ ਵਿੱਚ ਮੈਨੂੰ ਜ਼ਿਆਦਾ ਸਮੱਸਿਆ ਖੜੀ ਹੋਈ, ਤਾਂ ਕਿ ਉਹ ਡੇਲੀ ਦਾ ਇੱਕ ਰੂਟੀਨ ਸੀ ਔਰ ਅਸੀਂ ਉਹਨੂੰ ਲੌਂਗ ਟਾਈਮ ਅਸੀਂ ਨਹੀਂ ਰੱਖ ਸਕਦੇ। ਉਹ ਡੇਲੀ ਦੀ ਡੇਲੀ ਪ੍ਰੋਡਕਟ ਨੂੰ ਜੇ ਅਗਰ ਰੱਖਦੇ ਹਾਂ ਔਰ ਯੂਜ਼ ਕਰਦੇ ਹਾਂ ਤਾਂ ਹੀ ਉਹਦਾ ਸਾਨੂੰ ਜ਼ਿਆਦਾ ਫਾਇਦੇ ਮਿਲ ਸਕਦੇ ਹਨ। ਉਸ ਦੇ ਨਾਲ ਹੀ ਮੈਂ ਆਪਣੀ ਸੋਚ ਦੇ ਹਿਸਾਬ ਦੇ ਨਾਲ ਮਹਿਕਮੇ ਤੋਂ ਸਿੱਖ ਕੇ ਮੈਂ ਥੋੜ੍ਹਾ ਜਿਹਾ ਆਪਣਾ ਮੱਛੀ ਫਾਰਮ ਦਾ ਇੱਕ ਉਪਰਾਲਾ ਕੀਤਾ ਅਤੇ ਮਹਿਕਮੇ ਦੇ ਵਿੱਚੋਂ ਰਹੁ ਕਤਲਾ ਅਤੇ ਮਹਿਕਮੇ ਦੀ ਹਦਾਇਤਾਂ ਦੇ ਹਿਸਾਬ ਨਾਲ ਮੱਛੀ ਰੱਖਣ ਦੀ ਕੋਸ਼ਿਸ਼ ਕੀਤੀ ਔਰ ਦੇਖਿਆ ਕਿ ਮੈਨੂੰ ਇਸ ਦੇ ਵਿੱਚ ਕੀ ਬੈਨੀਫਿਟ ਹੋਊਗਾ। ਇਹ ਐਤਕੀ ਮੇਰਾ ਫਸਟ ਵਾਰ ਦਾ ਤਜਰਬਾ ਹੈ। ਉਸ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਹੋਰ ਹੁੰਦਾ ਹੋਇਆ ਆਲੇ ਦੁਆਲੇ ਬਾਹਰ ਘੁੰਮਣ ਫਿਰਨ ਕਰਕੇ ਚਲੋ ਬਾਹਰ ਮਹਿਕਮੇ ਦੀਆਂ ਵੀ ਸੋਚ ਦੇ ਹਿਸਾਬ ਦੇ ਨਾਲ ਮੈਂ ਬਾਹਰ ਜ਼ਿਮੀਂਦਾਰਾਂ ਦੇ ਫਾਰਮਾਂ ਦੇ ਉੱਤੇ ਘੁੰਮਣ ਦੇ ਨਾਲ ਮੈਂ ਗੋਟਸ ਫਾਰਮ ਦਾ ਵੀ ਇੱਕ ਛੋਟਾ ਜਿਹਾ ਉਪਰਾਲਾ ਕਰਕੇ ਕੋਸ਼ਿਸ਼ ਕੀਤੀ, ਤਾਂ ਕਿ ਮੇਰੇ ਸਹਾਇਕ ਧੰਦੇ ਦੇ ਨਾਲ ਮੇਰੇ ਘਰ ਦਾ ਜਿਹੜਾ ਵਧੀਆ ਬਜਟ ਚੱਲੀ ਜਾਵੇ, ਹਰ ਸਾਰਾ ਸਾਲ ਚੱਲੀ ਜਾਵੇ। ਅਤੇ ਉਸ ਤੋਂ ਇਲਾਵਾ ਅਸੀਂ ਸੋਆਬੀਨ ਦੀ ਬੀਜ ਕੇ ਦੇਖੀ ਅਤੇ ਸੋਆਬੀਨ ਦੇ ਬੀਜਣ ਨਾਲ ਐਤਕੀ ਮੈਂ ਫਸਟ ਵਾਰ ਪਾਣੀ ਦੀ ਜਿਸ ਤਰ੍ਹਾਂ ਮਹਿਕਮਾ ਜ਼ੋਰ ਲਾ ਰਿਹਾ ਵੀ ਪਾਣੀ ਦੀ ਬਹੁਤ ਨੁਕਸਾਨ ਹੋ ਰਿਹਾ, ਅਤੇ ਮੈਂ ਆਪਣੀ ਛੋਟੀ ਜਿਹਾ ਉਪਰਾਲਾ ਕਰਕੇ ਮਹਿਕਮੇ ਦੀਆਂ ਹਦਾਇਤਾਂ ਦੇ ਹਿਸਾਬ ਨਾਲ ਮੈਂ ਥੋੜ੍ਹਾ ਜਿਹਾ ਅੱਧਾ ਏਕੜ ਨਰਮਾ ਦੇਖਿਆ ਵੀ ਨਰਮੇ ਦੇ ਵਿੱਚ ਔਰ ਸਾਨੂੰ ਇਸ ਦੇ ਝੋਨੇ ਦੇ ਵਿੱਚ ਕੀ ਡਿਫਰੈਂਸ ਆ ਰਿਹਾ ਔਰ ਕਿੰਨਾ ਸਾਡਾ ਇਹਦੇ ਵਿੱਚ ਪ੍ਰੋਫਿਟੇਬਲ ਸਾਨੂੰ ਕੀ ਬਚ ਰਿਹਾ। ਕਿ ਇੱਕ ਜ਼ਿਮੀਂਦਾਰ ਦਾ ਇੱਕ ਧੰਦਾ ਇੱਕ ਇਹੋ ਜਿਹਾ ਧੰਦਾ ਰਹਿ ਗਿਆ ਹੈ ਜਿਹੜਾ ਕਿ ਜੇ ਨਫਾ ਨੁਕਸਾਨ ਅਸੀਂ ਨਾਲ ਦੀ ਨਾਲ ਇਹਦਾ ਨਹੀਂ ਕਰ ਰਹੇ ਤਾਂ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹ ਜ਼ਿਆਦਾ ਨੁਕਸਾਨੇਬਲ ਹੋਵੇਗਾ। ਉਸ ਤੋਂ ਉਪਰਾਲਾ ਫਿਰ ਅਸੀਂ ਥੋੜ੍ਹਾ ਜਿਹਾ ਇੱਕ ਬਾਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਅਤੇ ਉਸ ਦੇ ਵਿੱਚ ਅਸੀਂ 15-20 ਬੂਟੇ ਮਹਿਕਮੇ ਦੀਆਂ ਹਦਾਇਤਾਂ ਦੇ ਹਿਸਾਬ ਦੇ ਨਾਲ ਆਵਲੇ ਦੇ ਬੂਟੇ ਲਾਏ, ਕੁਛ ਮੁਰੱਬੇ ਦੇ ਬੂਟੇ ਲਾਏ, ਕੁਛ ਸੇਬ ਦੇ ਬੂਟੇ ਲਾਏ, ਤਾਂ ਕਿ ਸੇਬ ਸਾਡੇ ਕਹਿੰਦੇ ਵੀ ਪੰਜਾਬ ਦੀ ਧਰਤੀ ਦੇ ਉੱਤੇ ਹੋ ਸਕਦਾ ਜਾਂ ਨਹੀਂ ਹੋ ਸਕਦਾ, ਉਹ ਹਲੇ ਮੇਰਾ ਛੋਟਾ ਜਿਹਾ ਇੱਕ ਉਪਰਾਲਾ ਹੈ। ਅਤੇ ਇਸ ਤਰ੍ਹਾਂ ਅਸੀਂ ਥੋੜ੍ਹੀ ਆਪਣੇ ਕਦਮ ਖੇਤੀ ਡਾਈਵਰਸ਼ਨ ਵੱਲ ਜ਼ਿਆਦਾ ਵਧਾ ਰਹੇ ਹਾਂ, ਤਾਂ ਕਿ ਅਸੀਂ ਇਹ ਫਸਲੀ ਚੱਕਰ ਦੇ ਵਿੱਚੋਂ ਨਿਕਲ ਸਕੀਏ। ਜਿਹੜਾ ਧੰਦਾ ਸਾਨੂੰ ਪ੍ਰੋਫਿਟੇਬਲ ਲੱਗੇਗਾ ਉਸ ਧੰਦੇ ਵੱਲ ਅਸੀਂ ਆਪਣਾ
ਮੋੜਾ ਪਾਵਾਂਗੇ। ਜਿਹੜੀ ਮਸ਼ਰੂਮ ਦਾ ਥੋੜ੍ਹਾ ਜਿਹਾ ਉਪਰਾਲਾ ਕੀਤਾ ਸੀਗਾ, ਉਹ ਮੈਂ ਬਟਰ ਮਸ਼ਰੂਮ ਦਾ ਆਪਣੇ ਸੀਜ਼ਨ ਲਈ ਬਟਰ ਮਸ਼ਰੂਮ ਲਾ ਰਿਹਾ ਹਾਂ। ਜਿਸ ਤਰ੍ਹਾਂ 100 ਬੈਗ ਤੋਂ ਹੀ ਮੈਂ ਉਸ ਦਾ ਕੰਮ ਸਟਾਰਟ ਕੀਤਾ ਸੀ, ਅਤੇ ਉਸ ਦਾ ਜੋ ਡੇਲੀ ਪ੍ਰੋਡਕਸ਼ਨ ਹੁੰਦੀ ਸੀ ਉਹ ਮੇਰੀ ਤਕਰੀਬਨ 5-10 ਕਿਲੋ ਜੋ ਮਸ਼ਰੂਮ ਪੈਦਾ ਹੋਣੀ, ਤਾਂ ਉਹ ਮੇਰੀ ਲੋਕਲ ਮਾਰਕੀਟ ਦੇ ਵਿੱਚ ਹੀ ਵਿਕ ਜਾਂਦੀ ਸੀ। ਵਿੱਚੇ ਮੇਰੇ ਕੋਲ ਡੈਰੀ ਦਾ, ਖੇਤੀਬਾੜੀ ਦਾ ਅਤੇ ਹੋਰ ਸਾਰੇ ਕਾਰੋਬਾਰ ਹੋਣ ਕਰਕੇ ਮੈਂ ਉਸ ਨੂੰ ਜ਼ਿਆਦਾ ਤਵੱਜੂ ਨਹੀਂ ਦੇ ਸਕਿਆ। ਇਸ ਸਿਸਟਮ ਨੂੰ ਆਪਾਂ ਇੱਕ ਵੱਡੇ ਲੈਵਲ 'ਤੇ ਵੀ ਆਪਾਂ ਅਪਣਾ ਸਕਦੇ ਹਾਂ, जिससे की होता है ਜਿਹੜਾ भी कभी कभार मौसमी मार पै जाती है तो फसल चंगी नहीं हो पाती है, तो उससे की होता है अपनी रेगूलर इनकम बनी रहती है और कोई भी ਆਪਾਂ ਜਿਹੜਾ भी रिस्क फैक्टर होता है वो कवर हो जाता है। ਨਾਲ मैं किसान ਵੀਰਾਂ से ये भी कहूँगा, ਜਿਹੜੇ ਵੀ ਖੇਤੀਬਾੜੀ ਨਾਲ ਜਿਹੜੇ ਵੀ ਸਹਾਇਕ ਧੰਦੇ ਹੁੰਦੇ ਆ, ਸਹਾਇਕ ਧੰਦੇ ਵਿੱਚ ਪਸ਼ੂ ਪਾਲਣ ਵਿੱਚ ਤੁਸੀਂ ਬੱਕਰੀ ਪਾਲਣ, ਅੱਜ ਕੱਲ੍ਹ ਬੱਕਰੀ ਪਾਲਣ ਤੇ ਸੂਰ ਪਾਲਣ ਬਹੁਤ ਜ਼ਿਆਦਾ ਪ੍ਰਚਲਨ ਵਿੱਚ ਆ रहा है, जिससे ਕੀ ਹੈ ਨਾ ਕਮਾਈ ਵੀ ਬਹੁਤ ਵੱਧ ਹੈ और ਜਿਹੜਾ ਵੀ ਖਰਚਾ ਜਿਹੜਾ ਹੁੰਦਾ ਹੈ वो मेनली फीड पे ਹੁੰਦਾ ਹੈ, तो फीड ਉੱਤੇ ਆਪਾਂ ਖਰਚਾ ਬਹੁਤ ਬਚਾ ਸਕਦੇ ਹਾਂ, तो किसान ਵੀਰਾਂ ਨੂੰ ਕਾਫੀ ਮੁਨਾਫਾ ਵੱਧ ਸਕਦਾ ਹੈ। और इसमें कोई ਤੁਹਾਨੂੰ ਇੱਕ ਅਲੱਗ ਸੇ ਸਿਸਟਮ ਜਨਰੇਟ ਕਰਨ ਦੀ, ਇੱਕ ਅਲੱਗ ਸੇ ਸਿਸਟਮ ਬਣਾਉਣ ਦੀ ਲੋੜ ਵੀ ਨਹੀਂ ਹੈ। ਤੁਸੀਂ ਆਪਣੀ ਖੇਤੀਬਾੜੀ ਨਾਲ ਵੀ ਇਹ ਕੰਮ ਕਰ ਸਕਦੇ ਹੋ, ਜਿਸ ਸੇ ਤੁਹਾਡਾ ਮੁਨਾਫਾ ਬਹੁਤ ਜ਼ਿਆਦਾ ਵੱਧ ਜਾਏਗਾ। ਆਪਾਂ ਫਿਸ਼ ਫਾਰਮਿੰਗ ਦੀ ਗੱਲ ਕਰਦੇ ਹਾਂ, ਇੱਕ ਮੱਛੀ ਪਾਲਣ ਦੀ। ਮੱਛੀ ਆਪਾਂ ਦੇਖਦੇ ਹਾਂ, ਜਿਹੜੀ ਵੀ ਮੱਛੀ ਹੈ ਆਪਾਂ ਦੂਜੇ ਸਟੇਟ ਸੇ ਆਪਾਂ ਇੰਪੋਰਟ करते हैं, अपने स्टेट ਵਿੱਚ ਲਾਉਂਦੇ ਹਾਂ ਖਾਣ ਵਾਸਤੇ। यदि उसको ਆਪਾਂ ਆਪਣੇ ਇੱਥੇ ਹੀ ਇੱਕ ਮੱਛੀ ਦੀ ਫਾਰਮਿੰਗ ਆਪਾਂ ਸਟਾਰਟ ਕਰਦੇ ਹਾਂ, ਇੱਕ ਤਾਲਾਬ ਦੀ ਲੋੜ ਪੈਂਦੀ ਹੈ, ਇੱਥੇ ਲੇਬਰ ਦੀ ਰਿਕੁਆਇਰਮੈਂਟ ਬਹੁਤ ਘੱਟ ਹੈ, ਲੇਬਰ ਦੀ ਲੋੜ ਬਹੁਤ ਘੱਟ ਹੁੰਦੀ ਹੈ, ਨਾਲ ਇਹਨਾਂ ਦੀ ਜਿਹੜੀ ਸਾਂਭ ਸੰਭਾਲ ਹੈ ਉਹ ਬੜੀ ਸੌਖੀ ਹੁੰਦੀ ਹੈ, ਨਾਲ ਤੁਹਾਨੂੰ ਫਾਇਦਾ ਵੀ ਬਹੁਤ ਜ਼ਿਆਦਾ ਮਿਲ ਜਾਂਦਾ ਹੈ और कोई भी इसमें नुकसान होता नहीं है, क्योंकि इतना डेली का काम नहीं होता, रोज़ का काम नहीं होता है। साल में 2 या 3 बार तुहानू अपने तालाब से मच्छी कढ़नी पैंदी है और तुहानू बहुत ज़्यादा मुनाफा हो जाता है। तो किसान भी इस पासे भी अपना ध्यान लगा सकते हैं अपनी खेतीबाड़ी विच मुनाफा कमाने लई। मेरा नाम प्रागवीर सिंह, पिंड बेलगा, ਜ਼ਿਲ੍ਹਾ ਲੁਧਿਆਣਾ, ਤਹਿਸੀਲ ਸਾਹਨੇਵਾਲ ਹੈ। ਅਸੀਂ ਡੈਰੀ ਫਾਰਮਿੰਗ ਦਾ ਧੰਦਾ ਕਰਦੇ ਹਾਂ, ਜੋ ਕਿ ਸਾਡਾ ਜੱਦੀ ਪੁਸ਼ਤੀ ਧੰਦਾ ਹੈ। ਮੈਂ ਆਪਣੇ ਫਾਦਰ ਸਾਹਿਬ ਨਾਲ ਡੈਰੀ ਫਾਰਮ ਦਾ ਧੰਦਾ ਕਰਦਾ ਹਾਂ, ਜੋ ਕਿ ਇੱਕ ਲਾਹੇਵੰਦ ਧੰਦਾ ਹੈ, ਜੋ ਕਿ ਸਾਡਾ ਜੱਦੀ ਪੁਸ਼ਤੀ ਧੰਦਾ ਹੈ, ਜੋ ਕਿ ਮੇਰੇ ਫਾਦਰ ਸਾਹਿਬ ਨੂੰ ਉਹਨਾਂ ਦੇ ਬਜ਼ੁਰਗਾਂ ਤੋਂ ਮਿਲਿਆ ਹੈ। ਸਾਡੇ ਕੋਲ ਟੋਟਲ 50 ਪਸ਼ੂ ਹਨ, ਜਿਨ੍ਹਾਂ ਦਾ ਲਗਭਗ 1.5 ਤੋਂ 2 ਕੁਆਂਟਲ ਦੁੱਧ ਪੈਦਾ ਹੁੰਦਾ ਹੈ। ਸਾਡੇ ਕੋਲ ਮੱਝਾਂ ਦਾ ਹੈਗਾ ਮੁਰਾ ਨਸਲ, ਗਾਈਆਂ ਵਿੱਚ ਸਾਡੇ ਕੋਲ ਹੈਗੀ ਹੈ ਜਰਸੀ ਬਰੀਡ ਹੈਗੀ ਹੈ, HF ਤੇ ਸਾਹੀਵਾਲ। ਜੋ ਪਸ਼ੂਆਂ ਦੀ ਫੀਡ ਹੈ ਬਹੁਤ ਕੋਸਟਲੀ ਪੈਂਦੀ ਹੈ, ਜਿਸ ਕਰਕੇ ਅਸੀਂ ਆਪਣੇ ਖੇਤਾਂ ਵਿੱਚ ਹਰਾ ਚਾਰਾ ਆਪ ਤਿਆਰ ਕਰਦੇ ਹਾਂ। ਜਿਵੇਂ ਕਿ ਅਸੀਂ ਮੱਕੀ ਤਿਆਰ ਕੀਤੀ ਆ ਅਤੇ ਉਹਦਾ ਸੈਲੇਜ ਪਾਇਆ, ਜਿਸ ਦੇ ਨਾਲ ਪਸ਼ੂਆਂ ਦੀ ਦੁੱਧ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵੱਧਦੀ ਹੈ, ਜਿਸ ਦੇ ਨਾਲ ਪਸ਼ੂਆਂ ਨੂੰ ਨਿਊਟ੍ਰੀਸ਼ਨ ਦੇ ਵਿੱਚ ਵੀ ਬਹੁਤ ਫਾਇਦਾ ਹੁੰਦਾ ਹੈ। ਸਾਨੂੰ ਇਕੱਲਾ ਹਰੇ ਚਾਰੇ ਦੇ ਉੱਤੇ ਨਿਰਭਰ ਨਹੀਂ ਰਹਿਣਾ ਚਾਹੀਦਾ, ਨਵੇਂ ਚਾਰੇ, ਨਵੀਂ ਤਕਨੀਕ ਅਪਣਾਉਣੇ ਚਾਹੀਦੇ ਹਨ। ਜਿਵੇਂ ਕਿ ਅਸੀਂ ਹੁਣ ਸੇਲੇਜ ਪਾਇਆ, ਜਿਸ ਦੇ ਨਾਲ ਦੁੱਧ ਦੀ ਪ੍ਰੋਡਕਸ਼ਨ ਬਹੁਤ ਇਨਕਰੀਜ਼ ਹੋਈ ਹੈ, ਅਤੇ ਸਾਨੂੰ ਇਸ ਦੇ ਵਿੱਚ ਲੇਬਰ ਦੀ ਬਹੁਤ ਪ੍ਰੋਬਲਮ ਆਉਂਦੀ ਆ। ਸੇਲੇਜ ਪਾਉਣ ਕਰਕੇ ਸਾਡੀ ਲੇਬਰ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ, ਜਿਸ ਦੇ ਕਰਕੇ ਸਾਡਾ ਟਾਈਮ ਵੀ ਬਹੁਤ ਘੱਟ ਲੱਗਦਾ ਹੈ, ਅਤੇ ਅਸੀਂ ਹੋਰ ਧੰਦਿਆਂ ਵੱਲ ਵੀ ਧਿਆਨ ਦੇ ਸਕਦੇ ਹਾਂ। ਜੇ ਜ਼ਿਮੀਦਾਰ ਕੋਲੇ ਮੈਨ ਪਾਵਰ, ਜ਼ਿਮੀਦਾਰ ਕੋਲ ਖੇਤੀ ਘੱਟ ਆ, ਤਾਂ ਜ਼ਿਮੀਦਾਰ ਛੋਟਾ ਜ਼ਿਮੀਦਾਰ ਇਸ ਨੂੰ ਬੜੇ ਸਕਸੈਸਫੁਲ ਹੀ ਤਰੀਕੇ ਨਾਲ ਅਪਣਾ ਸਕਦਾ, ਅਤੇ ਉਸ ਦੇ ਡਾਈਵਰਸ਼ਨ, ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਅਸੀਂ ਬਾਹਰ ਵਿਦੇਸ਼ਾਂ ਨੂੰ ਭੱਜ ਰਹੇ ਹਾਂ, ਪਰ ਲੇਕਿਨ ਸਾਡੇ ਬੱਚੇ ਇਸ ਕੰਮ ਦੇ ਧੰਦੇ ਦੇ ਨਾਲ ਜੁੜਨ ਤਾਂ ਉਹ ਇਸ ਦੇ ਵਿੱਚ ਇਹ ਪ੍ਰੋਫਿਟੇਬਲ ਧੰਦਾ ਬਹੁਤ ਵਧੀਆ, ਜਿਸ ਦੀ ਲਾਗਤ ਬਹੁਤ ਘੱਟ ਹੈ ਔਰ ਜ਼ਿਆਦਾ ਹੈ ਹੀ। ਸਾਨੂੰ ਡੇਲੀ ਦੀ ਡੇਲੀ ਸਾਡੀ ਪ੍ਰੋਡਕਸ਼ਨ, ਸਾਨੂੰ ਪੈਸੇ ਮਿਲ ਰਹੇ ਨੇ। ਪਰ ਲੇਕਿਨ ਦੂਸਰੇ ਇੱਕ ਹੋਰ ਹੈ ਵੀ ਅਸੀਂ ਮੰਡੀਕਰਨ ਦੇ ਵਿੱਚ ਝੋਨਾ ਅਤੇ ਕਣਕ ਦੇ ਵਿੱਚ ਅਸੀਂ ਆਪਦਾ ਸਾਰਾ ਨਿੱਜੀ ਜੋ ਮੰਡੀ ਦੇ ਵਿੱਚ ਫਸਲ ਲੈ ਕੇ ਜਾਂਦੇ ਹਾਂ, ਜਦੋਂ ਫਸਲ ਸਾਡੀ ਤਿਆਰ ਹੁੰਦੀ ਹੈ ਸਾਨੂੰ ਮੰਡੀ ਦੇ ਵਿੱਚ, ਜਿਸ ਤਰ੍ਹਾਂ ਐਤਕੀ ਕੋਵਿਡ-19 ਕਰਕੇ ਥੋੜ੍ਹੀ ਜਿਹੀ ਪ੍ਰੋਬਲਮ ਆਈਆਂ ਸੀ, ਪਰ ਲੇਕਿਨ ਸਾਨੂੰ ਉਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ। ਖੇਤੀਬਾੜੀ ਦੇ ਧੰਦੇ ਨੂੰ ਮੈਂ ਪ੍ਰਫੁੱਲਤ ਆਪਦਾ ਵਧੀਆ ਮੁਨਾਫੇ ਦਾ ਪ੍ਰੋਫਿਟ ਬਣਾਉਣ ਦੀ ਖਾਤਰ ਹੀ ਮੈਂ ਆਪਣੇ ਸਾਰੇ ਸੰਦ ਤਕਰੀਬਨ ਮੇਰੇ ਕੋਲ ਆਪਣੇ ਹੀ ਹਨ। ਕੰਬਾਈਨ ਹਾਰਵੈਸਟਿੰਗ ਵੀ ਮੇਰੇ ਕੋਲ ਆਪਣੀ ਹੀ ਰੱਖੀ ਹੋਈ ਆ, ਤਾਂ ਕਿ ਮੈਨੂੰ ਉਸ ਦੀ ਵੀ ਬਚਤ ਹੋ ਸਕੇ। ਅਤੇ ਇਸ ਦੇ ਨਾਲ ਮੰਡੀਕਰਨ ਕਰਕੇ ਸਾਨੂੰ ਇਸ ਟਾਈਮ ਕੋਈ ਪ੍ਰੋਬਲਮ ਨਹੀਂ ਆ ਰਹੀ, ਕਿਉਂਕਿ ਫਸਲ ਤਿਆਰ ਹੋਈ ਸਾਡੀ ਮੰਡੀਆਂ ਦੇ ਵਿੱਚ ਜਾਂਦੀ ਹੈ। ਪਰ ਲੇਕਿਨ ਐਤਕੀ ਥੋੜ੍ਹੀ ਜਿਹੀ ਸਾਨੂੰ ਪ੍ਰੋਬਲਮ ਕਣਕ ਦੇ ਵਿੱਚ ਆਈ ਆ, ਪਰ ਲੇਕਿਨ ਸਰਕਾਰ ਨੇ ਵਧੀਆ ਉਪਰਾਲਾ ਕਰਕੇ ਉਹ ਸਾਡਾ ਹੱਲ ਕਰ ਦਿੱਤਾ। ਦੂਜਾ ਨੰਬਰ, ਕੋਵਿਡ-19 ਕਰਕੇ ਲੇਬਰ ਦੀ ਐਤਕੀ ਬਹੁਤ ਜ਼ਿਆਦਾ ਵੱਡੀ ਜ਼ਿਮੀਦਾਰਾਂ ਨੂੰ ਪ੍ਰੋਬਲਮ ਆਈ ਸੀ, ਜਿਸ ਤਰ੍ਹਾਂ, ਪਰ ਲੇਕਿਨ ਉਹ ਵੀ ਸਾਡੀ ਮਸਲਾ ਹੌਲੀ ਹੌਲੀ ਹੱਲ ਹੋ ਗਿਆ। ਜੋ ਸਾਨੂੰ ਮਹਿਕਮਾ ਦੱਸ ਰਿਹਾ, ਜਿਸ ਤਰ੍ਹਾਂ ਮੱਛੀ ਪਾਲਣ ਹੋ ਗਿਆ, ਫਿਸ਼ਰੀ ਦਾ ਹੋ ਗਿਆ, ਪਿੰਗਰੀ ਦਾ ਹੋ ਗਿਆ, ਮਸ਼ਰੂਮ ਦਾ ਹੋ ਗਿਆ, ਇੱਕ ਇਹ ਛੋਟੇ ਕੰਮਾਂ ਦੇ ਉੱਤੋਂ ਜ਼ਿਮੀਦਾਰ ਇੱਕ ਪ੍ਰੋਫਿਟੇਬਲ ਧੰਦੇ ਵੱਲ ਜਾ ਸਕਦਾ ਹੈ। ਅਤੇ ਇਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਪਾਣੀ ਦੀ ਵੀ ਬਚਤ ਹੋਊਗੀ, ਅਤੇ ਸਾਰਾ ਸਾਲ ਸਾਨੂੰ ਪ੍ਰੋਫਿਟ ਦੇ ਸਾਡੇ
ਸਾਧਨ ਵੀ ਸਾਡੇ ਕੋਲ ਰਹਿਣਗੇ, ਸਾਰਾ ਸਾਲ ਸਾਡੇ ਕੋਲ ਕੰਮ ਵੀ ਰਹੇਗਾ। ਜਿਹੜੀ ਮੈਂ ਖੇਤੀਬਾੜੀ ਇੰਨੀ ਵਧੀਆ ਤਰੀਕੇ ਨਾਲ ਕਰ ਰਿਹਾ, ਇਸ ਦੇ ਵਿੱਚ ਮੈਨੂੰ ਮੇਰੇ ਪਰਿਵਾਰ ਦਾ ਪੂਰਾ ਸਹਿਯੋਗ ਹੈ। ਇਸ ਵਿੱਚ ਮੈਨੂੰ ਮੇਰੀ ਧਰਮ ਪਤਨੀ ਡੈਰੀ ਦਾ ਕੰਮ ਸਾਂਭਦੀ ਆ, ਮੇਰੇ ਬੱਚੇ ਨੇ ਉਹ ਵੀ ਮੇਰੇ ਨਾਲ ਪ੍ਰੋਫਿਟੇਬਲ ਧੰਦੇ ਦੇ ਵਿੱਚ ਜੁੜੇ ਹੋਏ ਹਨ, ਤਾਂ ਕਿ ਮੈਂ ਬੱਚਿਆਂ ਨੂੰ ਇਹ ਵੀ ਗਿਆਨ ਦਿੱਤਾ ਕਿ ਨਾਲ ਜਿਸ ਤਰ੍ਹਾਂ ਸਾਨੂੰ ਬਜ਼ੁਰਗਾਂ ਨੇ ਸਾਨੂੰ ਆਪਣੇ ਨਾਲ ਜੋੜ ਕੇ ਰੱਖਿਆ, ਮੈਂ ਆਪਣੇ ਬੱਚਿਆਂ ਨੂੰ ਨਾਲ ਪੜ੍ਹਾਈ ਦੇ ਨਾਲ ਮੈਂ ਉਹਨਾਂ ਨੂੰ ਛੋਟੇ ਛੋਟੇ ਪ੍ਰੋਫਿਟੇਬਲ ਧੰਦੇ ਦੇ ਵਿੱਚ ਜੋੜ ਰਿਹਾ ਵਾਂ, ਤਾਂ ਕਿ ਬੱਚਿਆਂ ਦਾ ਇਸ ਵੱਲ ਇੰਟਰਸਟ ਵਧੇ, ਤਾਂ ਕਿ ਬਾਹਰ ਦੇ ਰੁਝਾਨ ਘਟ ਜਾਣ, ਤਾਂ ਕਿ ਸਾਡੇ ਬੱਚੇ ਇੱਥੇ ਹੀ ਆਪਣੀ ਸਰਦਾਰੀਆਂ ਕਾਇਮ ਰੱਖ ਸਕਣ। ਪੰਜਾਬ ਦੇ ਸਾਰੇ ਕਿਸਾਨਾਂ ਨੂੰ ਇਹੋ ਜਿਹੇ ਸਫਲ ਕਿਸਾਨਾਂ ਤੋਂ ਸਿੱਖ ਲੈਣੀ ਚਾਹੀਦੀ ਹੈ ਕਿ ਜੇਕਰ ਸਰਦਾਰ ਜਸਵਿੰਦਰ ਸਿੰਘ ਇਹ ਸਭ ਕਰ ਸਕਦੇ ਹਨ ਤੇ ਫਿਰ ਉਹ ਕਿਉਂ ਨਹੀਂ। ਮਹਿੰਗਾਈ ਦੇ ਇਸ ਯੁੱਗ ਵਿੱਚ ਖੇਤੀ ਦੇ ਨਾਲ ਕੋਈ ਨਾ ਕੋਈ ਸਹਾਇਕ ਕਿੱਤਾ ਅਪਣਾਉਣਾ ਹੁਣ ਸਮੇਂ ਦੀ ਲੋੜ ਬਣਦੀ ਜਾ ਰਹੀ ਹੈ। ਇਸ ਲਈ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਖੁਸ਼ਹਾਲ ਬਣਾਉਣ ਲਈ ਆਓ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਨਾਲ ਜੁੜੇ ਸਾਰੇ ਵਿਭਾਗਾਂ ਨਾਲ ਜੁੜੀਏ ਅਤੇ ਆਪਣੀ ਖੇਤੀ ਨੂੰ ਨਵੀਂ ਸੇਧ ਦੇਈਏ।